ਲਖੀਮਪੁਰ ਖੀਰੀ ਦੇ ਅੰਦਰ ਯੂਪੀ ਪ੍ਰਦੇਸ਼ ਦੇ ਵਿੱਚ ਇੱਕ ਦਰਦਨਾਕ ਹਾਦਸੇ ਦੇ ਵਿੱਚ 4 ਕਿਸਾਨ ਸ਼ਹੀਦ ਹੋ ਗਏ ਨੇ। ਉਹਨਾਂ ਵਿੱਚੋਂ ਇੱਕ ਕਿਸਾਨ ਸ਼ਹੀਦ ਹੋਇਆ ਜਿਹੜਾ ਲਵਪ੍ਰੀਤ, ਬਹੁਤ ਹੀ ਛੋਟੀ ਉਮਰ ਦਾ ਨੌਜਵਾਨ ਪੁੱਤ ਮਾਪਿਆਂ ਤੋਂ ਹਮੇਸ਼ਾ ਲਈ ਦੂਰ ਹੋ ਗਿਆ। ਤਾਂ ਕਿਸਾਨ ਅੰਦੋਲਨ ਦੇ ਅੰਦਰ ਇੱਕ ਦਰਦਨਾਕ ਹਾਦਸਾ ਜਿਹਾ ਵਾਪਰਿਆ ਜਿਸ ਦੇ ਵਿੱਚ ਇੱਕ ਕੇਂਦਰੀ ਰਾਜ ਗ੍ਰਹਿ ਮੰਤਰੀ ਦੇ ਪੁੱਤਰ ਦਾ ਨਾਮ ਵੀ ਸ਼ਾਮਲ ਹੈ, ਉਹ ਵੀ ਮੁਲਜ਼ਮ ਕਰਾਰ ਦਿੱਤਾ ਗਿਆ। FIR ਵੀ ਦਰਜ ਹੋ ਗਈ ਹੈ। ਪਰ ਇਸ ਵੇਲੇ ਅਸੀਂ ਨੌਜਵਾਨ ਉਸ ਸ਼ਹੀਦ ਨੌਜਵਾਨ ਲਵਪ੍ਰੀਤ ਸਿੰਘ ਦੇ ਘਰ ਦੇ ਕੋਲ ਮੌਜੂਦ ਹਾਂ, ਜਿੱਥੇ ਅੰਤਮ ਰਸਮਾਂ ਕੀਤੀਆਂ ਜਾ ਰਹੀਆਂ ਨੇ। ਅੰਤਮ ਸੰਸਕਾਰ ਕੀਤਾ ਜਾਣਾ ਥੋੜੀ ਦੇਰ ਦੇ ਅੰਦਰ ਹੀ, ਔਰ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਕੁਰਬਾਨੀ ਨੂੰ ਸਲਾਮ ਕਹਿਣ ਦੇ ਲਈ ਆਲੇ ਦੁਆਲੇ ਦੇ ਤੇ ਦੂਰ ਦਰਾਡਿਆਂ ਤੋਂ ਕਿਸਾਨ ਮਜ਼ਦੂਰ ਪੁੱਜੇ ਨੇ ਵੱਡੀ ਗਿਣਤੀ ਦੇ ਵਿੱਚ ਇਸ ਨੌਜਵਾਨ ਨੂੰ ਸਲਾਮ ਕਹਿਣ ਕਿ ਉਹ ਲੋਕਾਂ ਦੀ ਖਾਤਰ ਲੜਦਾ ਸ਼ਹੀਦ ਹੋ ਗਿਆ। ਬਹੁਤ ਹੀ ਛੋਟੀ ਉਮਰ ਦੇ ਵਿੱਚ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਇਆ ਲਵਪ੍ਰੀਤ। ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ, ਬਜ਼ੁਰਗ, ਮਾਤਾਵਾਂ, ਭੈਣਾਂ ਸਭ ਸਲਾਮ ਕਹਿਣ ਪਹੁੰਚੇ ਨੇ ਲਵਪ੍ਰੀਤ ਨੂੰ ਕਿ ਆਖਰਕਾਰ ਇਸ ਦਾ ਗੁਨਾਹ ਕੀ ਸੀ। ਆਪਣੇ ਹੱਕ ਮੰਗਣ ਦੇ ਲਈ ਹੀ ਤਾਂ ਉਹ ਸੜਕਾਂ ਤੇ ਉਤਰੇ ਸਨ ਪ੍ਰਦਰਸ਼ਨ ਕਰਨ ਦੇ ਲਈ। ਪਰ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਵਪ੍ਰੀਤ ਨੂੰ ਕੱਲਾ ਉਹਨਾਂ ਦਾ ਪਰਿਵਾਰ ਹੀ ਨਹੀਂ, ਰਿਸ਼ਤੇਦਾਰ ਹੀ ਨਹੀਂ, ਪੂਰਾ ਮੁਲਕ, ਇੱਥੋਂ ਤੱਕ ਕਿ ਪੂਰੀ ਦੁਨੀਆ ਵਿੱਚ ਬੈਠੇ ਕਿਸਾਨ ਮਜ਼ਦੂਰ ਸਾਰੇ ਉਹਨਾਂ ਨੂੰ ਹਮੇਸ਼ਾ ਸਲਾਮ ਕਰਦੇ ਨਜ਼ਰ ਆ ਰਹੇ ਨੇ। ਨਮ ਅੱਖਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਜਾਣੀ ਹੈ ਲਵਪ੍ਰੀਤ ਸਿੰਘ ਨੂੰ। ਤਾਂ ਇਹਨਾਂ ਤਸਵੀਰਾਂ ਨੂੰ ਦੇਖਦਿਆਂ ਆਪਣੇ ਆਪ ਬਿਆਨ ਹੋ ਜਾਂਦਾ ਹੈ, ਲੋਕਾਂ ਦੇ ਮਾਯੂਸ ਚਿਹਰੇ ਦੇਖਦਿਆਂ। ਪਰ ਇਹਨਾਂ ਮਾਯੂਸ ਚਿਹਰਿਆਂ ਦੇ ਪਿੱਛੇ ਬਹੁਤ ਵੱਡੀਆਂ ਉਮੀਦਾਂ ਤੇ ਆਸਾਂ ਸਨ। ਸਰਕਾਰ ਤੋਂ ਜਵਾਬ ਮੰਗਦੇ ਨੇ ਕਿਸਾਨ ਤੇ ਮਜ਼ਦੂਰ, ਲੰਮੇ ਸਮੇਂ ਤੋਂ ਇੱਥੇ ਨੇ, ਪਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਦਰਕਿਨਾਰ ਕਰਕੇ ਸਰਕਾਰ ਦੇ ਵੱਲੋਂ ਪੋਸਟਮਾਰਟਮ ਰਿਪੋਰਟ ਜੋ ਤਿਆਰ ਕੀਤੀ ਜਾਂਦੀ ਹੈ ਉਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗੇ ਨੇ। ਤਾਂ ਪਰਿਵਾਰ ਵਾਲਿਆਂ ਦੀ ਸਹਿਮਤੀ ਦੇ ਨਾਲ ਪਹਿਲਾਂ ਸੰਸਕਾਰ ਨੂੰ ਰੋਕਿਆ ਗਿਆ, ਫਿਰ ਪਰਿਵਾਰ ਦੀ ਸਹਿਮਤੀ ਹੋਈ ਤੇ ਉਸ ਤੋਂ ਬਾਅਦ ਕਿਸਾਨ ਆਗੂਆਂ ਨੇ ਵੀ ਫੈਸਲਾ ਕੀਤਾ ਕਿ ਹੁਣ ਸੰਸਕਾਰ ਕੀਤਾ ਜਾਣਾ ਚਾਹੀਦਾ। 4 ਕਿਸਾਨ ਸ਼ਹੀਦ ਹੋਏ ਨੇ ਲਖੀਮਪੁਰ ਖੀਰੀ ਦੇ ਅੰਦਰ। ਜਿਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਉਸ ਨੂੰ ਅੰਜਾਮ ਦਿੱਤਾ ਜਾਂਦਾ, ਇੱਕ ਸੋਚੀ ਸਮਝੀ ਸਾਜ਼ਿਸ਼ ਦੱਸਿਆ ਜਾ ਰਿਹਾ ਕਿਸਾਨਾਂ ਦੇ ਵੱਲੋਂ ਕਿ ਇਸ ਤਰ੍ਹਾਂ ਹੋ ਰਿਹਾ ਸੀ। ਔਰ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕਿ ਪਰਿਵਾਰ ਦਾ ਹਾਲਾਤ ਕੀ ਹੈ। ਸੋਗ ਦੇ ਵਿੱਚ ਕੱਲਾ ਪਰਿਵਾਰ ਹੀ ਨਹੀਂ, ਕੱਲਾ ਪਿੰਡ ਹੀ ਨਹੀਂ, ਪੂਰੀ ਦੁਨੀਆ ਸੋਗ ਦੇ ਵਿੱਚ ਹੈ। ਲਵਪ੍ਰੀਤ ਦੀਆਂ ਭੈਣਾਂ ਦੇ ਵੱਲੋਂ, ਮਾਤਾ ਦੇ ਵੱਲੋਂ, ਪਿਤਾ ਦੇ ਵੱਲੋਂ ਦੇਖ ਸਕਦੇ ਹੋ ਕਿ ਕਿਵੇਂ ਸਰਕਾਰੀ ਤਸ਼ੱਦਦ ਕੀਤਾ ਜਾਂਦਾ ਹੈ। ਔਰ ਲਵਪ੍ਰੀਤ ਭਰ ਜਵਾਨ ਉਮਰ ਦੇ ਵਿੱਚ ਤੁਰ ਜਾਂਦਾ। ਤੁਸੀਂ ਤਸਵੀਰ ਜੀ ਦੇਖ ਸਕਦੇ ਹੋ। ਹਟ ਜਾ ਭਾਈ, ਵਾਹਿਗੁਰੂ ਹਟਿਓ ਇੱਕ ਮਿੰਟ। ਰਮਾਨ ਨਾਲ ਫਿਰ ਉਹ ਤੱਕ ਲੋਕ ਵੇਖੀ ਕੀ ਕਰਾਂਗੇ ਸਰ, ਜਾ ਕੇ ਕੀ ਕਰਾਂਗੇ ਉੱਥੇ ਰਹਿਣ ਦੋ। ਤਸਵੀਰ ਦੇ ਵਿੱਚ ਪਰਿਵਾਰ, ਰਿਸ਼ਤੇਦਾਰ, ਇੱਥੋਂ ਤੱਕ ਕਿ ਦੂਰ ਦਰਾਡਿਓਂ ਕਿਸਾਨ ਮਜ਼ਦੂਰ ਵੀ ਪੁੱਜੇ ਨੇ ਆਖਰੀ ਸਲਾਮ ਕਹਿਣ ਦੇ ਲਈ। ਲਵਪ੍ਰੀਤ ਦੀ ਇਹ ਕੁਰਬਾਨੀ ਅੰਜਾਈ ਨਹੀਂ ਜਾਵੇਗੀ। ਇਸ ਨੂੰ ਲੈ ਕੇ ਲੋਕਾਂ ਦੇ ਵਿੱਚ, ਕਿਸਾਨਾਂ ਦੇ ਵਿੱਚ ਗੁੱਸਾ ਵੀ ਬਹੁਤ ਹੈ ਕਿ ਇੱਕ ਨੌਜਵਾਨ ਪੁੱਤ ਜਦੋਂ ਮਾਪਿਆਂ ਤੋਂ ਦੂਰ ਹੁੰਦਾ ਹੈ ਹਮੇਸ਼ਾ ਲਈ ਤਾਂ ਕੀ ਬੀਤਦੀ ਹੈ। ਸਰਕਾਰ ਨੂੰ ਸ਼ਾਇਦ ਇਹ ਨਜ਼ਰ ਨਹੀਂ ਆ ਰਹੀਆਂ ਚੀਜ਼ਾਂ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਨ੍ਹਾਂ ਦੇ ਘਰ ਦੇ ਵਿੱਚੋਂ ਇੱਕ ਨੌਜਵਾਨ ਪੁੱਤ ਹਮੇਸ਼ਾ ਲਈ ਦੂਰ ਹੋਇਆ ਉਹਨਾਂ ਤੇ ਕੀ ਬੀਤ ਰਹੀ ਹੈ। ਸਾਰਾ ਮੁਲਕ, ਸਾਰੀ ਦੁਨੀਆ ਜਿੱਥੇ ਵੀ ਕਿਸਾਨ ਤੇ ਮਜ਼ਦੂਰ ਵਸਦੇ ਨੇ, ਇਹਨਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੇ ਨੇ ਕਿ ਕਿੰਨਾ ਜਿੱਥੇ ਹੀ ਆਸਾਂ ਉਮੀਦਾਂ ਸਨ ਉੱਥੇ ਰੋਸ ਵੀ ਹੈ। ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਹੈ, ਅੰਤਿਮ ਰਸਮਾਂ ਕੀਤੀਆਂ ਜਾ ਰਹੀਆਂ ਨੇ। ਕਿਸਾਨ ਲਵਪ੍ਰੀਤ ਜਿਸ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਇਸ ਅੰਦੋਲਨ ਦੇ ਅੰਦਰ, ਇੱਕ ਅਜਿਹੀ ਦਰਦਨਾਕ ਘਟਨਾ ਵਾਪਰੀ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਪੁੱਤ ਨੂੰ ਗਵਾਉਣ ਤੋਂ ਬਾਅਦ ਮਾਂ ਦਾ ਹਾਲ ਕੀ ਹੈ। ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸ਼ਹੀਦ ਲਵਪ੍ਰੀਤ ਸਿੰਘ ਜਿਨ੍ਹਾਂ ਨੇ ਆਪਣੀ ਕੁਰਬਾਨੀ ਦਿੱਤੀ ਹੈ, ਤਾਂ ਸਾਰੇ ਲੋਕ ਜਿਹੜੇ ਉਹਨਾਂ ਨੂੰ ਸਲਾਮ ਕਹਿਣ ਪੁੱਜੇ ਨੇ ਉਹ ਇਹੀ ਕਹਿ ਰਹੇ ਨੇ, ਉਹਨਾਂ ਦੇ ਮਨ ਦੀ ਇੱਛਾ ਹੁਣ ਇਹੀ ਹੈ ਕਿ ਲਵਪ੍ਰੀਤ ਦੀ ਤਾਂ ਹੋਰਾਂ ਕਿਸਾਨਾਂ ਦੀ ਕੁਰਬਾਨੀ ਨੂੰ ਅੰਜਾਈ ਨਹੀਂ ਜਾਣ ਦਿੱਤਾ ਜਾਵੇਗਾ। ਜੋ ਕੁਰਬਾਨੀ ਇਹਨਾਂ ਨੇ ਦਿੱਤੀ ਹੈ ਉਹ ਇਕੱਲੇ ਆਪਣੇ ਲਈ ਜਾਂ ਪਰਿਵਾਰ ਲਈ ਨਹੀਂ, ਹਾਲਾਂਕਿ ਪੂਰੀ ਦੁਨੀਆ ਵਿੱਚ ਵਸਦੇ ਉਹਨਾਂ ਕਿਸਾਨਾਂ, ਮਜ਼ਦੂਰਾਂ ਨੂੰ
ਇੱਕ ਸੁਨੇਹਾ ਵੀ ਇਸ ਜਰੀਏ ਗਿਆ, ਪਰ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਏ ਇਹਨਾਂ ਕਿਸਾਨਾਂ ਲਈ ਇਨਸਾਫ ਕਿੱਥੇ ਹੈ, ਇਨਸਾਫ ਕਦੋਂ ਮਿਲੇਗਾ, ਇਹ ਸਵਾਲ ਹਰ ਜ਼ੁਬਾਨ ਦੇ ਉੱਤੇ ਹੈ। ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਅੰਤਿਮ ਵਿਦਾਇਗੀ ਵੇਲੇ ਸਲਾਮ ਕਹਿਣ ਪੁੱਜੇ ਨੇ ਕਿਸਾਨ ਮਜ਼ਦੂਰ। ਇਕੱਲੇ ਯੂਪੀ ਦੇ ਕਿਸਾਨ ਹੀ ਨਹੀਂ, ਪੰਜਾਬ, ਹਰਿਆਣਾ, ਹੋਰਨਾਂ ਸੂਬਿਆਂ ਦੇ ਕਿਸਾਨ ਵੀ। ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਡਰ ਇਸ ਕਦਰ ਹੈ, ਇਹਨਾਂ ਨੌਜਵਾਨ ਕਿਸਾਨਾਂ ਦੀਆਂ ਜਾਨਾਂ ਜਾਣ ਤੋਂ ਬਾਅਦ ਵੀ ਪੋਸਟਮਾਰਟਮ ਦੀ ਇੱਕ ਰਿਪੋਰਟ ਤਿਆਰ ਹੁੰਦੀ ਹੈ। ਉਹ ਸਾ ਕਿਉਂ ਨਹੀਂ ਰਿਹਾ ਲੋਕਾਂ ਨੂੰ ਸਰਕਾਰ ਦੇ ਉੱਤੇ, ਇਸ ਤਰ੍ਹਾਂ ਕਿਉਂ ਹੈ, ਇਸ ਦਾ ਜਵਾਬ ਸਰਕਾਰ ਨੂੰ ਖੁੱਲ੍ਹ ਕੇ ਜ਼ਰੂਰ ਦੇਣਾ ਚਾਹੀਦਾ ਹੈ। ਜੇਕਰ ਸਰਕਾਰ ਜਵਾਬ ਨਹੀਂ ਦਿੰਦੀ ਤਾਂ ਇਸ ਦਾ ਮਤਲਬ ਸਿੱਧਾ ਲੋਕ ਇਹ ਕੱਢ ਰਹੇ ਨੇ, ਕਿਸਾਨ ਮਜ਼ਦੂਰ ਇਹ ਕਹਿ ਰਹੇ ਨੇ ਕਿ ਸਰਕਾਰ ਬੇਈਮਾਨ ਹੈ। ਜੇਕਰ ਸਰਕਾਰ ਬੇਈਮਾਨ ਹੈ ਤਾਂ ਲੋਕਾਂ ਦਾ ਭਰੋਸਾ ਕਿਵੇਂ ਵੱਜੇਗਾ? ਤਾਂ ਜਿਨ੍ਹਾਂ ਦੇ ਕਰਕੇ ਸੱਤਾ ਦੇ ਵਿੱਚ ਆਉਂਦੇ ਨੇ, ਕਿਸਾਨਾਂ ਮਜ਼ਦੂਰਾਂ ਦੇ ਕਰਕੇ ਸਰਕਾਰੀ ਨੁਮਾਇੰਦੇ, ਉਹ ਇਸ ਤਰ੍ਹਾਂ ਪਾਸਾ ਕਿਉਂ ਵੱਟਦੇ ਨੇ, ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੰਦੇ? ਤਾਂ ਇਸ ਵਕਤ ਅਸੀਂ ਸ਼ਹੀਦ ਕਿਸਾਨ ਲਵਪ੍ਰੀਤ ਸਿੰਘ ਦੇ ਘਰ ਦੇ ਕੋਲ ਮੌਜੂਦ ਹਾਂ ਔਰ ਖੇਤਾਂ ਦੇ ਵਿੱਚ ਹੀ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਹੈ, ਅੰਤਿਮ ਰਸਮਾਂ ਕੀਤੀਆਂ ਜਾ ਰਹੀਆਂ ਨੇ। ਪਰਿਵਾਰ, ਰਿਸ਼ਤੇਦਾਰਾਂ, ਇੱਥੋਂ ਤੱਕ ਕਿ ਪੂਰੀ ਦੁਨੀਆ ਦੇ ਕਿਸਾਨਾਂ ਨੂੰ ਇਹ ਤਸਵੀਰਾਂ ਝੰਜੋੜ ਕੇ ਰੱਖ ਦੇਣਗੀਆਂ ਕਿ ਆਖਰਕਾਰ ਇਹਨਾਂ ਦਾ ਕਸੂਰ ਕੀ ਸੀ। ਆਪਣਾ ਹੱਕ ਹੀ ਮੰਗਣ ਲਈ ਸੜਕਾਂ ਤੇ ਆਉਂਦੇ ਨੇ, ਪਰ ਜਦੋਂ ਹੱਕ ਨਹੀਂ ਮਿਲਦਾ ਤਾਂ ਇਸ ਤਰ੍ਹਾਂ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ। ਤਾਂ ਕੀ ਜਿਹੜੇ ਗੁਨਾਹਗਾਰ ਨੇ, ਦੋਸ਼ੀ ਨੇ, ਉਹਨਾਂ ਨੂੰ ਸਜ਼ਾ ਕੀ ਮਿਲੇਗੀ, ਉਹਨਾਂ ਦੇ ਨਾਲ ਕੀ ਕੀਤਾ ਜਾਵੇਗਾ? ਇਹ ਬਹੁਤ ਵੱਡੇ ਸਵਾਲ ਨੇ, ਭਵਿੱਖ ਦੀ ਕੁੱਖ ਵਿੱਚ ਪਏ ਸਵਾਲ ਨੇ। ਇਹਨਾਂ ਦਾ ਜਵਾਬ ਕੌਣ ਦਿੰਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਫਿਲਹਾਲ ਅਸੀਂ ਸ਼ਹੀਦ ਕਿਸਾਨ ਲਵਪ੍ਰੀਤ ਸਿੰਘ ਦੇ ਘਰ ਦੇ ਬਾਹਰ ਮੌਜੂਦ ਹਾਂ ਔਰ ਖੇਤਾਂ ਦੇ ਵਿੱਚ ਹੀ ਅੰਤਿਮ ਵਿਦਾਇਗੀ ਲਵਪ੍ਰੀਤ ਨੂੰ ਦਿੱਤੀ ਜਾ ਰਹੀ ਹੈ। ਸਤਨਾਮ ਵਾਹਿਗੁਰੂ ਦਾ ਜਾਪ ਵੀ ਕੀਤਾ ਜਾ ਰਿਹਾ ਹੈ ਔਰ ਇਹੀ ਸੱਭਿਆਚਾਰ ਨੂੰ ਬਚਾਉਣ ਦੀ ਲੜਾਈ ਕਿਸਾਨ ਲਗਾਤਾਰ ਲੜ ਰਹੇ ਨੇ। ਉਸੇ ਦੇ ਚਲਦਿਆਂ ਕਿਸਾਨ ਅੰਦੋਲਨ ਨੂੰ ਲੰਮਾ ਸਮਾਂ ਹੋ ਗਿਆ ਤਾਂ ਜਿੱਥੇ ਕਿੰਨੀਆਂ ਹੀ ਸ਼ਹਾਦਤਾਂ ਹੋਈਆਂ ਕਿਸਾਨਾਂ ਦੀਆਂ, ਉਹਨਾਂ ਦੇ ਵਿੱਚੋਂ ਇੱਕ ਇਹ ਸ਼ਹਾਦਤ ਹੈ ਲਵਪ੍ਰੀਤ ਦੀ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਹ ਉਹ ਸ਼ਹਾਦਤ ਹੈ ਜੋ ਕਦੇ ਨਹੀਂ ਸਕਦੀ। ਜਦੋਂ ਅਸੀਂ ਕਿਸਾਨਾਂ ਮਜ਼ਦੂਰਾਂ ਨਾਲ, ਇੱਥੋਂ ਦੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਵਿੱਚ ਜਿੱਥੇ ਰੋਸ ਵੀ ਹੈ ਸਰਕਾਰ ਦੇ ਖਿਲਾਫ, ਉੱਥੇ ਹੀ ਉਹ ਲਵਪ੍ਰੀਤ ਦੀ ਸ਼ਹਾਦਤ ਨੂੰ ਸਲਾਮ ਵੀ ਕਹਿ ਰਹੇ ਨੇ, ਪਰ ਨਾਲ ਦੇ ਨਾਲ ਇਹ ਵੀ ਪੁੱਛ ਰਹੇ ਨੇ ਕਿ ਸਾਡਾ ਦੋਸ਼ ਕੀ ਹੈ, ਗੁਨਾਹ ਕੀ ਹੈ ਜੋ ਇੰਨੀ ਇਸ ਤਰ੍ਹਾਂ ਕੀਤਾ ਗਿਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੀ ਤਸਵੀਰ ਹੈ। ਹਜ਼ਾਰਾਂ ਦੀ ਗਿਣਤੀ 'ਚ ਇੱਥੇ ਕਿਸਾਨ ਮਜ਼ਦੂਰ ਪੁੱਜੇ ਨੇ ਔਰ ਸਤਨਾਮ ਵਾਹਿਗੁਰੂ ਦਾ ਜਾਪ ਵੀ ਕੀਤਾ ਜਾ ਰਿਹਾ। ਸਤਨਾਮ ਵਾਹਿਗੁਰੂ, ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ, ਸਤਨਾਮ ਵਾਹਿਗੁਰੂ, ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ, ਸਤਨਾਮ ਵਾਹਿਗੁਰੂ, ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ, ਸਤਨਾਮ 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 ਵਾਹਿਗੁਰੂ, ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤਾਂ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਹੈ ਉਹਨਾਂ ਸ਼ਹੀਦ ਕਿਸਾਨਾਂ ਨੂੰ, ਜਿਸ ਦੇ ਵਿੱਚ ਇੱਕ ਲਵਪ੍ਰੀਤ ਸਿੰਘ ਨੌਜਵਾਨ, ਜਿਨ੍ਹਾਂ ਦੇ ਘਰ ਦੀਆਂ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਖੇਤਾਂ ਦੀ ਲੜਾਈ ਲੜਦੇ ਲੜਦੇ ਸ਼ਹੀਦ ਹੋ ਗਏ ਲਵਪ੍ਰੀਤ ਸਿੰਘ। ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਪਹੁੰਚੇ ਨੇ ਉਹਨਾਂ ਨੂੰ ਆਖਰੀ ਸਲਾਮ ਕਹਿਣ ਦੇ ਲਈ। ਇਹਨਾਂ ਤਸਵੀਰਾਂ ਦੇ ਰਾਹੀਂ ਬਿਆਨ ਹੋ ਰਿਹਾ ਕਿ ਲੋਕ ਜਿਹੜੇ ਇਕਜੁੱਟ ਹੋ ਕੇ ਹਕੂਮਤ ਦੇ ਖਿਲਾਫ ਆਪਣੇ ਹੱਕਾਂ ਦੇ ਲਈ ਲੜ ਰਹੇ ਸਨ, ਉਹ ਦੁੱਖ ਸੁੱਖ ਦੀ ਘੜੀ ਵਿੱਚ ਹਮੇਸ਼ਾ ਸ਼ਾਮਲ ਹੁੰਦੇ ਨੇ। ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਹੈ ਕਿਸਾਨ ਸ਼ਹੀਦ ਲਵਪ੍ਰੀਤ ਸਿੰਘ ਨੂੰ। ਤਾਂ ਪੋਸਟਮਾਰਟਮ ਦੀ ਰਿਪੋਰਟ ਤੇ ਪਹਿਲਾਂ ਸਵਾਲ ਉੱਠਦੇ ਨੇ, ਸ਼ੱਕ ਪੈਦਾ ਹੁੰਦਾ ਹੈ। ਉਸ ਤੋਂ ਬਾਅਦ ਪ੍ਰਸ਼ਾਸਨ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਮੀਟਿੰਗ ਹੁੰਦੀ ਹੈ, ਬੈਠਕ ਹੁੰਦੀ ਹੈ, ਜਿਸ ਦੇ ਵਿੱਚ ਪਰਿਵਾਰ ਦੀ ਸਹਿਮਤੀ ਲਈ ਜਾਂਦੀ ਹੈ ਔਰ ਕਾਨੂੰਨ ਦੇ ਮਾਹਰ ਬੁਲਾ ਕੇ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਪਰਿਵਾਰ ਦੀ ਸਹਿਮਤੀ ਬਣਦੀ ਹੈ ਕਿ ਅੰਤਿਮ ਸੰਸਕਾਰ ਕਰ ਦੇਣਾ ਚਾਹੀਦਾ। ਪਰ 4 ਕਿਸਾਨ ਜਿਹੜੇ ਸ਼ਹੀਦ ਹੋਏ ਉਸ ਦੇ ਵਿੱਚ ਇੱਕ ਲਵਪ੍ਰੀਤ ਸਿੰਘ ਨੌਜਵਾਨ ਕਿਸਾਨ, ਜਿੱਥੇ ਆਪਣੇ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਸੀ, ਉੱਥੇ ਹੀ ਅੱਜ ਉਸ ਮਿੱਟੀ ਦੇ ਵਿੱਚ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਹੈ। ਅੰਤਿਮ ਵਿਦਾਇਗੀ ਵੇਲੇ ਹੁਣ ਰਸਮਾਂ ਦੇ ਮੁਤਾਬਕ ਅਰਦਾਸ ਕੀਤੀ ਜਾ ਰਹੀ ਹੈ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸ਼ੀਸ਼ ਦਿੱਤੇ, ਬੰਦ ਕਟਵਾਏ, ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ, ਗੁਰਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆਵੈ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆ, ਦੇਖ ਦੇਖ ਫਤਿਹ ਵਿਰਦ ਕੀ ਪੈਜ ਪੰਥ ਕੀ ਰੇਤ, श्री साहिब जी सहाय खालसा जी के बोल वाले बोलो जी बख्शो सिखा नो सिखी दान, केस दान, रहत दान, विवेक दान, विसह दान, भरोसा दान, दाना सरदान नामदान, श्री अमृतसर जी दे दर्शन इशनान, चौकियां झंडे बुंगे चुगू जुगिया टल, धर्म का जयकार बोलो जी। सिखां दा मन नीवा मत उच्ची मत पदा रखा पो, वाहिगुरु है अकाल पुरख अपने पंथ दे सदा सहाय दतार जियो, श्री ननकाना साहिब ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸਤਿਗੁਰੂ ਗੁਰਤਾ ਗਦੀ ਤੇ ਬਿਰਾਜਮਾਨ, ਚਵਰ ਛਤਰ ਤਖਤ ਦੇ ਮਾਲਕ ਜਹਰਾ ਜੋਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ ਦੀਨ ਦੁਨੀਆ ਦੇ ਦਾਤੇ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਆਪ ਜੀ ਦੇ ਸ਼ੁਭ ਮਹਾਵਾਕਾਂ ਅਨੁਸਾਰ ਸਤਿਗੁਰੂ ਜੀ ਉਹ ਜਿਹਾ ਚੀਰੀ ਲਿਖਿਆ ਤੇ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉਠੀ ਜਾਈ ਦੇ ਮਹਾਵਾਕਾਂ ਅਨੁਸਾਰ ਆਪ ਜੀਆਂ ਦੇ ਦਰ ਕਰਦੇ ਸਿੱਖ ਸੇਵਕ ਭਾਈ ਲਵਪ੍ਰੀਤ ਸਿੰਘ ਕਿਸਾਨੀ ਸੰਘਰਸ਼ ਦੀ ਜੰਗ ਲੜਦਿਆਂ ਹੋਇਆਂ ਪਿਛਲੇ ਦਿਨੀ ਸਤਿਗੁਰੂ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹਾਦਤ ਪਾ ਗਏ ਸਨ। ਸਤਿਗੁਰੂ ਜੀਓ ਅੱਜ ਤਿੰਨਾਂ ਦੇ ਪਾਵਨ ਪੰਜ ਭੂਤਕ ਸਰੀਰ ਨੂੰ ਇਸ਼ਨਾਨ ਪਾਨ ਕਰਕੇ ਤਿਆਰੀ ਕਰਕੇ ਸਤਿਗੁਰੂ ਚਿਖਾ ਚਣੀ ਗਈ ਹੈ। ਅਗਨ ਭੇਟ ਕਰਨ ਵਾਸਤੇ ਸਾਗ ਸੰਬੰਧੀ ਇਕੱਤਰ ਹੋਏ, ਸਤਿਗੁਰੂ ਕਿਰਪਾ ਕਰੋ ਉਸ ਪਾਰਥਿਵ ਸਰੀਰ ਨੂੰ ਸਤਿਗੁਰੂ ਅਗਨ ਭੇਟ ਕਰਨ ਦੀ ਆਗਿਆ ਬਖਸ਼ਣੀ, ਮਿਹਰ ਭਰਿਆ ਹੱਥ ਰੱਖਣਾ, ਕਿਰਪਾ ਕਰਿਓ ਸਤਿਗੁਰੂ ਉਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਪਿਆਰ ਬਖਸ਼ ਦੇਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦਮ ਚੜ੍ਹਦੀ ਕਲਾ ਬਖਸ਼ਿਸ਼ ਕਰਿਓ, ਪਰਿਵਾਰ ਦੇ ਜੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਕਰਨੀ, ਰਹਿਮਤ ਕਰਿਓ ਉਸ ਵਿਛੜੀ ਆਤਮਾ ਨੂੰ ਸਤਿਗੁਰੂ ਜੀ ਆਪਣੇ ਚਰਨਾਂ 'ਤੇ ਨਿਵਾਸ ਬਖਸ਼ ਦੇਣਾ, ਪਿਆਰ ਬਖਸ਼ਣਾ, ਚੜ੍ਹਦੀਆਂ ਕਲਾ ਕਰਨੀਆਂ। ਸਮੂਹ ਸੰਗਤਾਂ ਦੀ ਇਸ ਵੇਲੇ ਦੀ ਕੀਤੀ ਅਰਦਾਸ ਬੇਨਤੀ ਚਰਨਾਂ 'ਚ ਪ੍ਰਵਾਨ ਕਰਨੀ, ਸਤਿਗੁਰੂ ਮੰਦੇ ਚੰਗੇ ਤੇਰੇ ਹੀ ਆ, ਆਪਣੇ ਚਰਨਾਂ ਦਾ ਪਿਆਰ ਬਖਸ਼ ਦੇਣਾ। ਇਸ ਜੀਵਨ ਕਾਲ ਵਿੱਚ ਸਤਿਗੁਰੂ ਇੰਨੀ ਆਯੂ ਬਤੀਤ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਮਨੁੱਖ ਪਾਸੋਂ ਭੁੱਲਾਂ ਹੋ ਜਾਂਦੀਆਂ,
ਅਣਜਾਣ ਬੱਚੇ ਜਾਣ ਕੇ ਖਿਮਾ ਕਰ ਦੇਣਾ ਸਤਿਗੁਰੂ ਜੀ। ਆਪਣੇ ਸਤਿਗੁਰੂ ਚਰਨਾਂ ਦਾ ਪਿਆਰ ਬਖਸ਼ਣਾ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ, ਕਿਰਪਾ ਕਰੋ। ਇਸ ਵੇਲੇ ਭਾਈ ਲਵਪ੍ਰੀਤ ਸਿੰਘ ਜੀ ਚਿਖਾ ਚਣ ਕੇ ਅੰਗੀਠਾ ਚਣ ਕੇ ਤਿਆਰ ਹੈ। ਅੰਗੀਠੇ ਨੂੰ ਅਗਨ ਭੇਟ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਕਰੋ ਕਿਰਪਾ, ਅਗਨ ਭੇਟ ਕਰਨ ਦੀ ਆਗਿਆ ਬਖਸ਼ੋ। ਸਹੀ ਪਿਆਰੇ ਮੇਲ ਮੇਲੋ, ਜਿਨ੍ਹਾਂ ਮਿਲਿਆ ਆਪਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ। ਸੋਚ ਤੇ ਮੇਰਾ ਜਾਗੇ ਠੋਕ ਕੇ, ਸ਼ਹੀਦੋਂ ਤੁਹਾਡੀ ਸੋਚ ਤੇ ਮੇਰਾ ਜਾਗੇ ਠੋਕ ਕੇ। ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਯੂਪੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਸ਼ਹੀਦੋਂ ਤੁਹਾਡੀ ਸੋਚ ਤੇ ਮੇਰਾ ਜਾਗੇ ਠੋਕ ਕੇ, ਸ਼ਹੀਦੋਂ ਤੁਹਾਡੀ ਸੋਚ ਤੇ ਮੇਰਾ ਜਾਗੇ ਠੋਕ ਕੇ। किसान शहीदों का बलिदान बिल्कुल नहीं जाएगा हिंदुस्तान, किसान शहीदों का बलिदान किसान शहीद अमर रहे अमर रहे अमर रहे, किसान शहीद अमर रहे अमर रहे, अमर रहे अमर रहे। शहीद लवप्रीत सिंह अमर रहे। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸਾਨੀ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਨੇ। ਸ਼ਹੀਦ ਕਿਸਾਨ ਲਵਪ੍ਰੀਤ ਸਿੰਘ ਨੂੰ ਅੰਤਿਮ ਵਿਦਾਇਗੀ ਇਹਨਾਂ ਨਾਅਰਿਆਂ ਦੇ ਨਾਲ ਦਿੱਤੀ ਜਾ ਰਹੀ ਹੈ ਤਾਂ ਕਿ ਹਮੇਸ਼ਾ ਚੜ੍ਹਦੀ ਕਲਾ ਰਵੇ, ਕਿਉਂਕਿ ਜਿਹੜੀ ਲੜਾਈ ਲੜਨ ਦੇ ਲਈ ਕਿਸਾਨ ਮਜ਼ਦੂਰ ਲਗਾਤਾਰ ਸੜਕ ਤੇ ਨੇ, ਉਸ ਨੂੰ ਲੈ ਕੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਅੱਜ ਵੀ ਲੱਗ ਰਹੇ ਨੇ। ਔਰ ਖੇਤਾਂ ਦੇ ਵਿੱਚ ਜਦੋਂ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਹੈ, ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਪੁੱਤ ਮਾਪਿਆਂ ਤੋਂ ਵਿਛੜ ਗਿਆ ਤਾਂ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਹੈ। ਤਾਂ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਹੋ ਰਹੀ ਹੈ। ਕਿਸਾਨ ਮਜ਼ਦੂਰ ਅੱਜ ਵੀ ਇਕੱਠੇ ਨੇ, ਜਦੋਂ ਪਹਿਲਾਂ ਲੜਾਈ ਲੜ ਰਹੇ ਸੀ ਉਦੋਂ ਵੀ ਇਕੱਠੇ ਸਨ। ਤੇ ਜਿਹੜੀ ਸੰਗਤ ਦੂਰ ਦਰਾਡਿਓਂ ਖਾਸ ਕਰਕੇ ਕਿਸਾਨ ਮਜ਼ਦੂਰ ਅੰਤਿਮ ਵਿਦਾਇਗੀ ਦੇਣ ਆਏ ਨੇ ਸ਼ਹੀਦ ਕਿਸਾਨ ਲਵਪ੍ਰੀਤ ਸਿੰਘ ਨੂੰ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਰੋਸ ਹੈ ਉਹ ਰੋਸ ਕਿਸ ਕਦਰ ਹੈ, ਔਰ ਨਾਲ ਦੇ ਨਾਲ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸਾਨ ਤਾਂ ਸਾਡੇ ਨਾਲ ਲਵਪ੍ਰੀਤ ਦੇ ਪਿਤਾ ਜੀ ਨੇ, ਤਾਂ ਉਹ ਹਾਲੇ ਉਸ ਹਾਲਾਤ ਦੇ ਵਿੱਚ ਨਹੀਂ ਕਿ ਉਹ ਕੁਝ ਬਿਆਨ ਕਰ ਸਕਣ, ਕਿਉਂਕਿ ਉਹਨਾਂ ਦੀਆਂ ਅੱਖਾਂ, ਉਹਨਾਂ ਦਾ ਮਾਯੂਸ ਚਿਹਰਾ ਦੱਸ ਰਿਹਾ ਕਿ ਉਹਨਾਂ ਨੇ ਆਪਣੇ ਨੌਜਵਾਨ ਪੁੱਤ ਨੂੰ ਜਦੋਂ ਹਮੇਸ਼ਾ ਲਈ ਗਵਾਇਆ ਤਾਂ ਉਹਨਾਂ ਤੇ ਕੀ ਬੀਤ ਰਹੀ ਹੈ। ਸਰਕਾਰ ਨੂੰ ਸ਼ਾਇਦ ਇਹ ਤਸਵੀਰ ਜ਼ਰੂਰ ਦੇਖਣੀ ਚਾਹੀਦੀ ਹੈ ਤਾਂ ਕਿ ਸਰਕਾਰ ਦੀ ਅੱਖ ਖੁੱਲੇ ਔਰ ਜੋ ਕਿਸਾਨ ਮਜ਼ਦੂਰ ਚਾਹੁੰਦੇ ਨੇ ਉਹ ਪ੍ਰਵਾਨ ਹੋਣ ਮੰਗਾ। ਤਾਂ ਇਕੱਲੇ ਮਾਪੇ ਹੀ ਨਹੀਂ, ਇਕੱਲਾ ਪਰਿਵਾਰ ਹੀ ਨਹੀਂ, ਪੂਰੀ ਦੁਨੀਆ ਦੇ ਕਿਸਾਨ ਮਜ਼ਦੂਰ ਸ਼ਹੀਦ ਹੋਏ ਕਿਸਾਨਾਂ ਨੂੰ ਸਲਾਮ ਕਹਿਣ ਆਏ ਨੇ ਔਰ ਅੰਤਿਮ ਵਿਦਾਇਗੀ ਲਵਪ੍ਰੀਤ ਸਿੰਘ ਨੂੰ ਦਿੱਤੀ ਜਾ ਰਹੀ ਹੈ। ਔਰ ਅਸੀਂ ਇਹ ਤਸਵੀਰ ਇਸ ਕਰਕੇ दिखा रहे हैं करके जो है जेल भेजा जाए। अभी इतने देर प्रशासन ने आप लोगों से बात की, हाँ, प्रशासन का कह रहा है कि कार्रवाई चल रही है और हम यही मांग करते हैं कि जल्दी से जल्दी ही जो है कार्रवाई पूर्ण हो और इनको जो है सलाखों के पीछे डाला जाए। तो किसी भी तरह की कार्रवाई नहीं की तो प्रशासन का रवैया तुसीं जानते ही हो कि यूपी के अंदर जो कि गुंडा राज चल रहा है बीजेपी का जी। ये भी कहा जा रहा है कि उनके बेटे को गिरफ्तार करने की बार बार सभी मांग कर रहे हैं, जो साथी आपके जिनके परिवार नहीं रहे। हाँ जी। तो लेकिन एफआईआर की कॉपी नहीं दी जा रही है। पोस्टमार्टम को लेकर कहा जा रहा है कि जिनको उसको लेकर क्या आप हाँ, नहीं, कॉपी अब मिल गई हैं, लेकिन सुबह देरी की गई थी, कॉपियाँ नहीं दी गई थी, इसलिए वजह से सब रोका गया था। लेकिन अब कॉपियाँ प्राप्त हो गई हैं, तभी ये संस्कार किया गया। ਕਾਨੂੰਨੀ ਸਲਾਹ ਕਿਉਂ ਲੈਣੀ ਪਈ ਜੀ ਪੋਸਟਮਾਰਟਮ ਦੀ ਰਿਪੋਰਟ? हाँ जी। ਕਾਨੂੰਨੀ ਸਲਾਹ ਜਿਹੜੀ ਲਈ ਗਈ ਹੈ ਇਹ ਕਿਉਂ ਲੈਣੀ ਪਈ ਹੈ? ਤੁਹਾਨੂੰ ਸ਼ੰਕਾ ਸੀ ਰਿਪੋਰਟ ਤੇ? हाँ जी, एक रिपोर्ट ਦੇ ਵਿੱਚ ਕੋਈ ਸ਼ੰਕਾ ਆਈ ਸੀਗੀ, ਇਸ ਕਰਕੇ ਜੋ ਹੈ ਰੋਕਿਆ ਗਿਆ ਸੀ ਕਿ ਰਿਪੋर्ट ਦੇਖੀ ਜਾਵੇ ਪਹਿਲਾਂ, ਉਸ ਤੋਂ ਬਾਅਦ ਸੰਸਕਾਰ ਕੀਤਾ ਜਾਵੇ। तो और आपकी बेटे की जान तो सिर्फ गाड़ी की वजह से गई जब वहाँ। हाँ, गाड़ी जब गाड़ी चढ़ा दी गई है ऊपर, तो बच्चा हमारा नीचे जो है रौंद दिया गया है उस गाड़ी के नीचे,
उसी की वजह से हमारे बच्चे की डेथ हुई है। ਤਾਂ ਸ਼ਹੀਦ ਕਿਸਾਨ ਲਵਪ੍ਰੀਤ ਸਿੰਘ ਦੇ ਪਿਤਾ ਪੂਰੇ ਸੰਸਾਰ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਨੇ? ਆਪਣੇ ਪੁੱਤ ਨੂੰ ਤਾਂ ਗਵਾ ਲਿਆ, ਪਰ ਦੇਸ਼ ਦੇ ਦੁਨੀਆ ਦੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਅਸੀਂ ਅੱਗੇ ਤੋਂ ਇਹੀ ਚਾਹੁੰਦੇ ਹਾਂ ਵੀ ਕਿਸੇ ਦੇ ਵੀ ਜੋ ਸਾਡੇ ਬੇਟੇ ਨਾਲ ਹੋਇਆ ਹੈ, ਐਸੀ ਘਿਨਾਉਣੀ ਹਰਕਤ ਹੋਈ ਹੈ, ਅਗਾਂਹ ਵਾਸਤੇ ਕਿਸੇ ਬੱਚੇ ਦੇ ਨਾਲ, ਕਿਸੇ ਮਾਂ-ਪਿਓ ਦੇ ਇਸ ਲਾਡਲੇ ਨਾਲ ਐਸਾ ਨਾ ਹੋਵੇ। ਜੋ ਇਮਾਨਦਾਰੀ ਦੇ ਨਾਲ ਜੋ ਸੰਘਰਸ਼ ਚੱਲ ਰਿਹਾ ਸੀ ਇਸੇ ਤਰ੍ਹਾਂ ਹੀ ਚੱਲੇ, ਕੋਈ ਗੁੰਡਾਗਰਦੀ ਕੋਈ ਇਸ ਤਰ੍ਹਾਂ ਦਾ ਨਾ ਹੋਵੇ। ਤਾਂ ਸ਼ਹੀਦ ਕਿਸਾਨ ਲਵਪ੍ਰੀਤ ਸਿੰਘ ਦੇ ਪਿਤਾ ਮੰਗ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਦੀ ਗੁੰਡਾਗਰਦੀ ਨਹੀਂ ਹੋਣੀ ਚਾਹੀਦੀ। ਕਿਸਾਨਾਂ ਮਜ਼ਦੂਰਾਂ ਦਾ ਸ਼ਾਂਤਮਈ ਸੰਘਰਸ਼ ਜਿਹੜਾ ਚੱਲ ਰਿਹਾ ਉਸ ਨੂੰ ਲੈ ਕੇ ਉਹ ਕਹਿ ਰਹੇ ਨੇ ਕਿ ਇਨਸਾਫ ਮਿਲਣਾ ਚਾਹੀਦਾ, ਕਿਸੇ ਵੀ ਪੁੱਤ ਨਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਇਸ ਤਰ੍ਹਾਂ ਦਾ ਸਲੀਕਾ ਨਹੀਂ ਕੀਤਾ ਜਾਣਾ ਚਾਹੀਦਾ। ਤਾਂ ਇੱਥੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵੀ ਪਹੁੰਚੇ ਨੇ, ਰੁਲਦੂ ਸਿੰਘ ਮਾਨਸਾ ਖੜੇ ਨੇ। ਤੁਸੀਂ ਸ਼ਹੀਦ ਕਿਸਾਨ ਲਵਪ੍ਰੀਤ ਸਿੰਘ ਦੀ ਅੰਤਿਮ ਵਿਦਾਇਗੀ ਵੇਲੇ ਸਰਕਾਰ ਦੇ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਹੈ, ਨਾਅਰੇਬਾਜ਼ੀ ਪਹਿਲਾਂ ਤੋਂ ਵੀ ਚੱਲ ਰਹੀ ਹੈ, ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਕਿਉਂ ਦਿੱਤਾ ਜਾ ਰਿਹਾ? ਤੁਸੀਂ ਵਿੱਚ ਵਿਚਰਦੇ ਰਹੇ ਹੋ, ਮੁੱਢਲਾ ਕਾਰਨ ਕੀ ਸਮਝਦੇ ਹੋ? ਭਾਰਤ ਦੇ ਵਿੱਚ ਇੱਕ ਵੱਡੀ ਜੰਗ ਚੱਲ ਰਹੀ ਹੈ ਦੋ ਜਮਾਤਾਂ ਦੇ ਵਿੱਚ। ਇੱਕ ਕਿਰਤੀ ਜਮਾਤ ਹੈ ਜਿਹੜੀ ਲੁੱਟੀ ਜਾ ਰਹੀ ਹੈ, ਇੱਕ ਜਮਾਤ ਲੁੱਟਦੀ ਹੈ। ਜਿਹੜੇ ਮੇਰੇ ਅੱਜ ਨਾਅਰੇ ਨੇ, ਸਾਡਾ ਬੇਟਾ ਲਵਪ੍ਰੀਤ ਦੇ ਮੈਂ ਸੰਸਕਾਰ ਤੇ ਆਇਆ, ਵੱਡੀ ਸਾਨੂੰ ਦੁੱਖ ਦੀ ਗੱਲ ਹੈ, ਇਹਨੇ ਸਾਡੀ ਡੈੱਡ ਬੋਡੀ ਨੂੰ ਮੋਢਾ ਲਾਉਣਾ ਸੀ ਤੇ ਅੱਜ ਇਹਦੀ ਡੈੱਡ ਬੋਡੀ ਦੇ ਨਾਲ ਸਾਨੂੰ ਹੋਣਾ ਪੈ ਗਿਆ। ਅਸੀਂ ਆਪਦੀ ਜਮਾਤ ਦੇ ਖਿਲਾਫ ਸਰਵੱਢਵੀਂ ਲੜਾਈ ਛੇੜੀ ਹੋਈ ਹੈ, ਛੇੜਾਂਗੇ। ਇਹ ਜੰਗ ਸਾਡੀ ਸਾਰੇ ਭਾਰਤ ਦੇ ਵਿੱਚ ਚੱਲਦੀ ਹੈ। ਦੇਖੋ, ਜੰਗ ਦੇ ਵਿੱਚ ਸ਼ਹੀਦੀਆਂ ਦੇਣੀਆਂ ਪੈਂਦੀਆਂ ਨੇ, ਇਹ ਤੋਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਉਹ ਹੱਸਦੇ ਹੱਸਦੇ ਦੇਵਾਂਗੇ, ਸਾਡੇ ਗੁਰੂ ਕੇ ਦੇ ਕੇ ਗਏ ਨੇ, ਸਰਦਾਰ ਭਗਤ ਸਿੰਘ ਦੇ ਕੇ ਗਿਆ, ਇਹ ਚੱਲੂਗਾ। ਮਾੜੀ ਗੱਲ ਕੀ ਹੋਈ ਹੈ? ਡਾਂਗਾਂ ਨਾਲ ਕਿਸਾਨ ਸ਼ਹੀਦ ਹੋਏ ਨੇ, ਗੋਲੀਆਂ ਨਾਲ ਹੋਏ ਨੇ। ਮਾੜੀ ਗੱਲ ਹੈ ਯੂਪੀ ਸਰਕਾਰ ਵੱਲੋਂ ਜਿਹੜੀਆਂ ਕਿਸਾਨਾਂ ਤੇ ਗੱਡੀ ਚਲਾਈ ਗਈ ਹੈ, ਇਹ ਪਹਿਲੀ ਵਾਰ ਹੈ ਜਿੱਦਾਂ ਦਾ ਭਾਰਤ ਆਜ਼ਾਦ ਹੋਇਆ। ਇਹ ਨਿੰਦਣਯੋਗ ਗੱਲ ਆ। ਸ਼ਹੀਦੀਆਂ ਤਾਂ ਹੁੰਦੀਆਂ ਰਹਿੰਦੀਆਂ। ਇਹ ਅੰਦੋਲਨ ਦਾ ਨਾਂ, ਲਵਪ੍ਰੀਤ ਦਾ ਨਾਂ, ਜਿਹੜੇ ਸਾਡੇ 4-5 ਕਿਸਾਨ ਸ਼ਹੀਦ ਹੋਏ ਨੇ, ਇਹ ਰਹਿੰਦੀ ਦੁਨੀਆ ਤੱਕ ਕਰਨਾ ਰਹੂਗਾ। ਕਿਸ ਤਰ੍ਹਾਂ ਦੇਖਦੇ ਹੋ ਨਾ ਹੁਣ ਤੱਕ ਗ੍ਰਿਫਤਾਰੀ ਹੋਈ ਹੈ? ਕਿਉਂਕਿ ਸਾਫ਼ ਤੌਰ ਤੇ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਿਹਾ ਕਿ ਉਹ ਥਾਰ ਜਿਹੜੀ ਸੀ ਕਿਸ ਤਰ੍ਹਾਂ ਰੌਂਦੀ ਹੋਈ ਨਜ਼ਰ ਆ ਰਹੀ ਸੀ ਕਿਸਾਨਾਂ ਨੂੰ, ਪਰ ਹੁਣ ਤੱਕ ਗ੍ਰਿਫਤਾਰੀ ਨਾ ਹੋਣਾ ਵੱਡੇ ਸਵਾਲ ਖੜੇ ਕਰਦੀ ਹੈ ਪ੍ਰਸ਼ਾਸਨ ਤੇ ਸਰਕਾਰ ਦੇ ਉੱਪਰ। ਦੇਖੋ, ਅੰਦੋਲਨ ਦੇ ਸਿਰ ਤੇ ਇੱਕ ਪ੍ਰਾਪਤੀ ਕਰੀ ਹੈ ਜਿਹੜੀ 24 ਘੰਟੇ ਦੇ ਅੰਦਰ ਐਫਆਈਆਰ ਪਿਓ ਪੁੱਤਾਂ ਤੇ ਦਰਜ ਹੋਈ ਹੈ। ਕੋਈ ਆਮ ਥਾਣੇਦਾਰ ਹੋਵੇ, ਉਹਦਾ ਰਿਸ਼ਤੇਦਾਰ ਨਹੀਂ ਛੇਤੀ ਫੜਿਆ ਜਾ ਸਕਦਾ ਹੁੰਦਾ। ਇਹ ਦੇਸ਼ ਦਾ ਉਪ ਗ੍ਰਹਿ ਮੰਤਰੀ ਕਹਿ ਦਈਏ, ਛੋਟਾ ਗ੍ਰਹਿ ਮੰਤਰੀ ਕਹਿ ਦਈਏ, ਤੇ ਉਹਦਾ ਮੁੰਡਾ ਹੈ ਸਾਡੇ ਕਿਸਾਨਾਂ ਨੂੰ ਸ਼ਹੀਦ ਕਰਨ ਵਾਲਾ। ਇਹ ਤਾਂ ਵੱਡੇ ਵੱਡੇ ਜ਼ੋਰ ਲਾ ਜਾਂਦੇ ਨੇ। ਸਾਡੇ ਅੰਦੋਲਨ ਦੀ ਇਹੀ ਜਿੱਤ ਆ। ਸਰਕਾਰ ਨੂੰ ਅਸੀਂ ਦਮਗੋਡੇ ਕਰਕੇ ਜਿਹੜਾ ਅਸੀਂ ਉੱਤੇ ਪਰਚਾ ਦਰਜ ਕਰਾਤਾ, ਗ੍ਰਿਫਤਾਰੀ ਕਰਾ ਦਾਂਗੇ। ਜੇ ਸਰਕਾਰ ਸਜ਼ਾ ਨਹੀਂ ਦੇਊਗੀ, ਇਹੀ ਜਿਹੀ ਸਜ਼ਾ ਦੇਣਗੇ ਕਿਸਾਨ, ਚੂਪੀ 'ਚ ਕਿਤੇ ਉਹਨਾਂ ਨੂੰ ਗੱਡੀ ਦੇ ਥੱਲੇ ਨਹੀਂ ਉਤਰਨ ਦੇਣਗੇ, ਤਾਂ ਹਾਂ ਜਾਂ ਹੱਥ ਚੜ੍ਹ ਕੇ ਜਿੱਥੇ ਮਰਜ਼ੀ ਵਗ ਜਾਣ। ਇਹ ਅੰਦੋਲਨ ਫਿਰ ਚਾਹੇ ਸਾਨੂੰ ਪੰਜਾਬ ਨੂੰ ਇੱਥੇ ਹੋਣਾ ਪੈ ਜੇ, ਕਰ ਲਿਆ ਤਾਂ ਚੰਗਾ ਰਹੂਗੀ ਸਰਕਾਰ। ਇਹਨੂੰ ਜੇਲ੍ਹ 'ਚ ਭੇਜਣਾ, ਸਰਕਾਰ ਦੀ ਬਦਨਾਮੀ ਨਾ ਹੋਵੇ ਤੇ ਨਾਲੇ ਸਾਡਾ ਕੁਛ ਨਾ ਕੁਛ ਮਨ ਠੰਡਾ ਹੋਵੇ। ਪਰ ਜੇ ਸਰਕਾਰ ਇਹੋ ਜਿਹੀਆਂ ਗੱਲਾਂ ਤੇ ਆਊਗੀ, ਜਿਵੇਂ ਹਰਿਆਣੇ ਦੇ ਵਿੱਚ ਭਾਰਤੀ ਆਵਾਜ਼ ਨਹੀਂ ਕੱਢ ਸਕਦੀ, ਫਿਰ ਯੂਪੀ ਦੇ ਹਾਲਾਤ ਵੀ ਹੋਈ ਹੋ ਜਾਣੇ। ਤਾਂ ਤੁਸੀਂ ਕਹਿ ਰਹੇ ਹੋ ਸਾਰਾ ਪੰਜਾਬ ਇਕੱਠਾ ਹੋ ਇਸ ਤਰ੍ਹਾਂ ਦਾ ਅੱਗੇ ਹੁੰਦਾ, ਤਾਂ ਹੁਣ ਵੀ ਕਿਸਾਨਾਂ ਨੂੰ ਰੋਕਿਆ ਗਿਆ, ਬਾਰਡਰਾਂ ਦੇ ਉੱਤੇ ਰੋਕ ਲਿਆ। ਜੇ ਇਹ ਨਾ ਰੋਕਦੇ, ਅੱਧਾ ਪੰਜਾਬ ਉਰੇ ਆ ਜਾਂਦਾ। ਜਿਹੜੀ ਮੇਰੀ ਆਪਦੀ ਸਮਝ ਹੈਗੀ, ਉਹ ਵੀ ਲੀਡਰ ਸਾਡੇ ਰਾਹ ਚੋਂ ਨਾ ਕਰ ਲੈਣ। ਮੈਂ ਤੜਕੇ ਇੱਥੇ 8 ਵਜੇ ਪਹੁੰਚ ਗਿਆ ਜੀ। ਟਕੈਨ ਸਾਹਿਬ ਨੇ ਕੱਲ ਮੇਰੀ ਡਿਊਟੀ ਲਾਤੀ ਵੀ ਤੁਸੀਂ ਉੱਥੇ ਜਾਣਾ, ਮੈਂ 8 ਵਜੇ। ਰਿਪੋਰਟਾਂ ਦੇ ਉੱਤੇ ਸਵਾਲ ਕਿਉਂ ਉੱਠ ਰਹੇ ਨੇ, ਤੁਹਾਨੂੰ ਕੀ ਲੱਗਦਾ? ਹਮੇਸ਼ਾ ਬਚਤ ਕਰਦੀਆਂ ਹੁੰਦੀਆਂ ਨੇ। ਠੀਕ ਹੈ, ਗੋਲੀ ਚੱਲੀ ਹੈ, ਮੇਰੀ ਵੱਡੇ ਅਫਸਰਾਂ ਨੂੰ ਅੰਦਰ ਬਹਿ ਕੇ ਗੱਲ ਹੋਈ, ਗੋਲੀ ਚੱਲੀ ਹੈ। ਅਫਸਰਾਂ ਨੇ ਤਾਂ ਇੱਕ ਤਰ੍ਹਾਂ ਦਾ ਹੂਰ ਹੀ ਭਰਿਆ ਵੀ ਹਾਂ ਚੱਲੀ ਹੈ, ਜਾਂ ਮਗਰੋਂ ਮੁੱਕਰਨ ਚਾਹੇ ਕੁਛ ਕਰਨ, ਵੀ ਇਹ ਕਿਹੜਾ ਕਿ ਆ ਕੇ ਵੀ ਗੋਲੀ ਵੱਜੀ ਨਹੀਂ। ਮੈਂ ਇਹੀ ਕਹਿਣਾ ਨਾ, ਸਰਕਾਰ ਹੈ ਅਗਲੀ ਦੀ, ਸੈਂਟਰ ਸਰਕਾਰ ਹੈ, ਗ੍ਰਹਿ ਮੰਤਰੀ ਹੈ, ਪਰ ਜੇ ਸਰਕਾਰਾਂ ਮਾਫ ਕਰ ਦੇਣਗੀਆਂ, ਲੋਕ ਨਹੀਂ ਮਾਫ ਕਰਨਗੇ, ਲੜਾਂਗੇ ਆਖਰੀ ਦਿਨ ਤੱਕ। ਕਿਸਾਨ ਆਗੂ ਸੰਯੁਕਤ ਕਿਸਾਨ ਮੋਰਚੇ ਦੇ ਰੁਲਦੂ ਸਿੰਘ ਮਾਨਸਾ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਔਰ ਇਹ ਵੀ ਚੇਤਾਵਨੀ ਦਿੱਤੀ ਹੈ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਤੇ ਉਹਨਾਂ ਨੂੰ ਟੱਕਰਨਗੇ ਤੇ ਪੂਰਾ ਪੰਜਾਬ
ਮਜ਼ਦੂਰ ਉਹ ਵੀ ਇੱਥੇ ਆਉਣਗੇ। ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਅੰਤਿਮ ਵਿਦਾਇਗੀ ਦੇ ਵੇਲੇ ਤੁਸੀਂ ਦੇਖ ਸਕਦੇ ਹੋ, ਤਸਵੀਰ ਤੋਂ ਸਾਫ਼ ਨਜ਼ਰ ਹੋ ਜਾਂਦਾ ਹੈ ਕਿ ਕਿੰਨੇ ਕਿਸਾਨ ਮਜ਼ਦੂਰ, ਇਹ ਇਕੱਲੇ ਲਵਪ੍ਰੀਤ ਦੇ ਪਰਿਵਾਰ ਦੇ ਜਾਂ ਰਿਸ਼ਤੇਦਾਰਾਂ ਦੀ ਗੱਲ ਨਹੀਂ ਹੈ ਜਾਂ ਉਹਨਾਂ ਦਾ ਮਸਲਾ ਨਹੀਂ ਹੈ। ਲਗਾਤਾਰ ਲੰਮੇ ਸਮੇਂ ਤੋਂ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜਦੋਂ ਕਿਸਾਨ ਤੇ ਮਜ਼ਦੂਰ ਦਿੱਲੀ ਦੇ ਬਾਰਡਰਾਂ ਤੇ ਬਰੂਹਾਂ ਤੇ ਇਕੱਠੇ ਹੁੰਦੇ ਨੇ ਤੇ ਉਸ ਤੋਂ ਬਾਅਦ ਲੜਾਈ ਵਿੱਢੀ ਜਾਂਦੀ ਹੈ। ਉਸ ਲੜਾਈ ਦੇ ਦੌਰਾਨ, ਕਿਸਾਨ ਅੰਦੋਲਨ ਦੇ ਦੌਰਾਨ ਪਹਿਲੀ ਅਜਿਹੀ ਵੱਡੀ ਘਟਨਾ ਹੈ ਜਿਸ ਦੇ ਵਿੱਚ ਕਿਸਾਨਾਂ ਦੀ ਸ਼ਹਾਦਤ ਹੋਈ ਹੈ। ਪਰ ਦੂਜੇ ਪਾਸੇ ਹਕੂਮਤ ਦੇ ਮੰਤਰੀ ਇਹ ਕਹਿ ਰਹੇ ਨੇ ਹੁਣ ਤੱਕ ਤੇ ਅਸੀਂ ਤਾਂ ਸ਼ਾਮਲ ਹੀ ਨਹੀਂ। ਸ਼ਾਮਲ ਕੌਣ ਹੈ, ਦੋਸ਼ੀ ਕੌਣ ਹੈ, ਗੁਨਾਹਗਾਰ ਕੌਣ ਹੈ, ਇਹ ਵੀ ਸਰਕਾਰੀ ਤੰਤਰ ਨੇ ਤੈਅ ਕਰਨਾ ਹੁੰਦਾ। ਪਰ ਸਰਕਾਰੀ ਤੰਤਰ ਇਨਸਾਫ ਉਦੋਂ ਹੀ ਕਰ ਸਕਦਾ ਹੈ ਜਿਨ੍ਹਾਂ ਨਾਲ ਬੇਇਨਸਾਫੀ ਹੋਈ ਹੁੰਦੀ ਹੈ, ਜਦੋਂ ਉਹਨਾਂ ਦੀ ਨੀਅਤ ਸਾਫ਼ ਹੋਵੇ। ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਉਹਨਾਂ ਦੀ ਨੀਅਤ ਸਾਫ਼ ਹੈ ਜਾਂ ਉਸ ਦੇ ਵਿੱਚ ਕੁਝ ਖੋਟ ਹੈ। ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਕਿਸਾਨਾਂ ਨੇ ਇਸ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ, ਖਾਸ ਕਰਕੇ ਯੂਪੀ ਦੇ ਅੰਦਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਾਂ ਹੋਰ ਥਾਵਾਂ ਦੇ ਉੱਤੇ ਕਿਸਾਨ ਦੇ ਅੰਦੋਲਨ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਕਿਸਾਨਾਂ ਦੇ ਵੱਲੋਂ ਲਗਾਤਾਰ ਇਹ ਕਿਹਾ ਗਿਆ ਹੈ, ਚੇਤਾਵਨੀ ਦਿੱਤੀ ਗਈ ਹੈ ਖਾਸ ਕਰਕੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਦਬਾਉਣ ਦੀ ਇਸ ਤਰ੍ਹਾਂ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਵੀ ਉਹਨਾਂ ਨੂੰ 2 ਦੀ ਬਜਾਏ 4 ਹੋ ਕੇ ਟੱਕਰਾਂਗੇ। ਕੈਮਰਾਮੈਨ ਸਾਥੀ ਗੁਰਵਿੰਦਰ ਸਿੰਘ ਦੇ ਨਾਲ ਸੰਦੀਪ ਲਾਦੂਕਾ, ਦਾ ਸਮਰ ਨਿਊਜ਼, ਯੂਪੀ।